ਮਿੰਟੂ ਜੀ, ਅੱਜ 14 ਫਰਵਰੀ ਹੈ ਤੇ ਅੱਜ ਦਾ ਦਿਨ ਪੁਲਵਾਮਾ ਦੇ ਵਿੱਚ ਹਮਲਾ ਵੀ ਹੋਇਆ ਸੀ ਜੀ, ਜਿਹਦੇ ਵਿੱਚ ਸ਼ਹੀਦ ਹੋਏ ਸਨ ਬਹੁਤ ਸਾਰੇ ਜਿਹੜੇ ਜਵਾਨ ਸਨ। ਲਗਭਗ 40 ਸੈਂਟਰਲ ਰਿਜ਼ਰਵ ਪੁਲਿਸ ਫੋਰਸ ਤੇ CRPF ਦੇ ਜਵਾਨ ਮਾਰੇ ਗਏ ਸਨ। ਹਾਂਜੀ ਹਾਂਜੀ ਹਾਂਜੀ। ਤੇ ਉਸ ਤੋਂ ਬਾਅਦ ਹੀ ਤਾਂ ਉਹ ਜਿੱਦਾਂ ਕਹ ਲਈਏ ਨਾ ਕਿ ਉਸ ਅਟੈਕ ਨੇ ਸਰਕਾਰਾਂ ਦੀ ਤਕਦੀਰ ਬਦਲ ਦਿੱਤੀ ਸੀ। ਤੁਸੀਂ ਦੇਖੋ ਕਿ ਪਾਕਿਸਤਾਨ ਦੇ ਨਾਲ ਟ੍ਰੇਡ ਟੁੱਟ ਗਿਆ, ਬਿਲਕੁਲ ਇਹਨਾਂ ਦਾ ਕੱਟ ਆਫ ਹੋ ਗਿਆ ਸਾਰਾ ਸਿਲਸਿਲਾ। ਤਾਂ ਉਹਦੀ ਨੌਬਤ ਅੱਜ ਵੀ ਜੇ ਤੁਸੀਂ ਦੇਖੋਗੇ ਇਹ ਹੈ ਕਿ ਪਾਕਿਸਤਾਨ ਇਮਦਾਦ ਮੰਗ ਨਹੀਂ ਸਕਿਆ ਇੰਡੀਆ ਤੋਂ, ਤੇ ਇਹ ਪੇਸ਼ਕਸ਼ ਨਹੀਂ ਕਰ ਰਹੇ। ਹਾਲਾਂਕਿ ਕੁਝ ਪੋਲੀਟੀਸ਼ੀਅਨ ਵੀ ਹੁਣ ਤਾਂ ਬੋਲਣਾ ਸਟਾਰਟ ਕਰ ਚੁੱਕੇ ਆ, ਸੁਨੀਲ ਜਾਖੜ ਵਰਗੇ, ਕਿ ਸਾਨੂੰ ਔਖੇ ਵੇਲੇ ਉਹਨਾਂ ਦੀ ਇਮਦਾਦ ਕਰਨੀ ਚਾਹੀਦੀ ਹੈ। ਕੁਝ ਵਿਦਵਾਨ ਵੀ ਕਹਿੰਦੇ ਨੇ, ਕੁਝ ਲੋਕ ਮਾਹਰ ਵੀ ਕਹਿੰਦੇ ਨੇ ਡਿਫੈਂਸ ਦੇ, ਕਿ ਪਾਕਿਸਤਾਨ ਦੀ ਇਮਦਾਦ ਕਰਨੀ ਚਾਹੀਦੀ ਸੀ। ਪਰ ਅੱਜ ਨੌਬਤ ਇਹ ਹੈ ਕਿ ਤੁਰਕੀ ਦੀ ਇਮਦਾਦ ਕਰ ਰਿਹਾ ਇੰਡੀਆ, ਜਿਹੜਾ ਕਿ ਕਹਿ ਲਓ ਕਿ ਕੁਝ ਸਮੇਂ ਤੋਂ ਧੁਰ ਵਿਰੋਧੀ ਦੀ ਭੂਮਿਕਾ ਚ ਸੀਗਾ। ਪਰ ਇਸ ਅਟੈਕ ਤੋਂ ਬਾਅਦ ਬਹੁਤ ਕੁਝ ਬਦਲਿਆ। ਤੁਸੀਂ ਦੇਖਿਆ ਹੋਣਾ ਨਰਿੰਦਰ ਮੋਦੀ ਸਰਕਾਰ ਜਿਹੜੀ ਸੀ ਬਹੁਤ ਕਸੂਤੀ ਹਾਲਤ ਦੇ ਵਿੱਚ ਸੀ ਉਸ ਵੇਲੇ ਤੱਕ ਜੀ। ਪਰ ਜਿਵੇਂ ਹੀ ਇਹ ਅਟੈਕ ਹੁੰਦਾ ਹੈ 14 ਫਰਵਰੀ, ਫਿਰ ਉਸ ਤੋਂ ਬਾਅਦ ਇੱਕ ਬਿਆਨ ਆਉਂਦਾ ਪ੍ਰਧਾਨ ਮੰਤਰੀ ਦਾ ਕਿ ਦੇਖੋ ਅਸੀਂ ਇਹਦਾ ਬਦਲਾ ਲਵਾਂਗੇ। ਉਹਨਾਂ ਦੀ ਵਰਡਿੰਗ ਸੀਗੀ ਨਾ ਕਿ ਜੋ ਇਹ ਸਾਰਾ ਕੁਝ ਹੋਇਆ ਅਸੀਂ ਇਹਦਾ ਬਦਲਾ ਲਵਾਂਗੇ। ਫਿਰ 26 ਤਰੀਕ ਨੂੰ ਅਟੈਕ ਹੁੰਦਾ ਹੈ ਇੱਥੇ ਪਾਕਿਸਤਾਨ ਦੇ ਬਾਲਾਕੋਟ 'ਚ, ਸਰਜੀਕਲ ਸਟ੍ਰਾਈਕ ਜਿਹਨੂੰ ਆਪਾਂ ਕਹਿੰਦੇ ਹਾਂ। ਤਾਂ ਉਹ ਜਿਹੜਾ ਉਹਨਾਂ ਦਾ ਸੀਗਾ ਪ੍ਰਧਾਨ ਮੰਤਰੀ ਹੋਰਾਂ ਦਾ ਬਿਆਨ ਕਿ ਸਾਰੇ ਹੰਝੂਆਂ ਦਾ ਬਦਲਾ ਲਿਆ ਜਾਏਗਾ। ਤਾਂ ਉਹ ਬਦਲਾ ਵੀ ਹੋਇਆ ਤੇ ਬਦਲਾਅ ਵੀ ਹੋਇਆ, ਕਿਉਂਕਿ ਉਦੋਂ ਤੱਕ ਨਰਿੰਦਰ ਮੋਦੀ ਸਰਕਾਰ ਜਿਹੜੀ ਸੀਗੀ ਕੁਝ ਮੁੱਦਿਆਂ ਤੇ ਫਸੀ ਹੋਈ ਸੀਗੀ। ਕਿਉਂਕਿ ਉਸ ਟੈਨਿਓਰ 'ਚ ਜੇ ਤੁਸੀਂ ਦੇਖੋਗੇ ਨੋਟਬੰਦੀ, GST ਵਗੈਰਾ ਵਗੈਰਾ ਸਾਰੀਆਂ ਚੀਜ਼ਾਂ ਸੀ ਜਿਹੜੀਆਂ ਸਿਆਸੀ ਮੁਹਾਜ਼ ਤੇ ਉਹਨਾਂ ਦੇ ਉਲਟ ਸਨ। ਪਰ ਜਿਵੇਂ ਹੀ ਬਾਲਾਕੋਟ ਏਅਰ ਸਟ੍ਰਾਈਕ ਹੁੰਦਾ ਹੈ ਉਸ ਤੋਂ ਬਾਅਦ ਫਿਰ ਇੱਕ ਵੇਲੇ ਤੇ ਇਹ ਲੱਗਦਾ ਹੈ ਕਿ ਜੰਗ ਹੋ ਹੀ ਲਓ, ਜੰਗ ਹੋ ਹੀ ਲਓ। ਪਰ ਉਹਦਾ ਫਿਰ ਹੌਲੀ ਹੌਲੀ ਜਿਵੇਂ ਕਹਿ ਲਓ ਕਿ ਇਹ ਇਮਕਾਨ ਸੀ। ਵੈਸੇ ਤੇ ਤੁਸੀਂ ਦੇਖਿਆ ਹੋਣਾ ਹੈ ਨਾ ਕਿ ਸਟੇਟਮੈਂਟਾਂ ਵੀ ਆਈਆਂ ਨੇ ਕੁਝ। ਹੁਣ ਇੱਕ ਪੋਂਪੀਓ ਨੇ ਵੀ ਸ਼ਾਇਦ ਕਿਤਾਬ ਲਿਖੀ ਹੈ ਉਹਦੇ ਬਾਬਤ ਕਿ ਇਹਨਾਂ ਦੀ ਨੌਬਤ ਜਿਹੜੀ ਉਹ ਆ ਗਈ ਸੀਗੀ, ਬਿਲਕੁਲ ਮਤਲਬ ਕਿ ਆ ਗਿਆ ਸੀਗਾ। ਜੰਗ ਦੇ ਮੁਹਾਂਦੇ ਤੇ ਪਹੁੰਚੇ ਨੇ, ਕਈ ਵਾਰ ਪਹੁੰਚੇ ਨੇ। ਪਰ ਉਸ ਤੋਂ ਬਾਅਦ ਕੀ ਹੋਇਆ ਕਿ ਜਿਵੇਂ ਠੰਡ ਠੰਡੋਰਾ ਹੋਇਆ ਤਾਂ ਤਿਵੇਂ ਇੱਥੋਂ ਦੀ ਰਾਜਨੀਤੀ 'ਚ ਕੁਝ ਸਵਾਲ ਉੱਠੇ, ਕੁਝ ਵਿਰੋਧੀਆਂ ਨੇ ਗਲਤੀਆਂ ਕੀਤੀਆਂ। ਤਾਂ ਇਹਨਾਂ ਨੇ ਇਸ ਏਅਰ ਸਟ੍ਰਾਈਕ ਨੂੰ ਬਹੁਤ ਵੱਡੇ ਪੱਧਰ ਤੇ ਪ੍ਰਚਾਰਿਆ, ਹੈ ਤਾਂ ਮਿਲਟਰੀ ਐਕਸ਼ਨ ਸੀ। ਤਾਂ ਉਸ ਤੋਂ ਬਾਅਦ ਚਲੋ ਇਹ ਜਵਾਨਾਂ ਦੀ ਜਿਹੜੀ ਸ਼ਹਾਦਤ ਹੋਈ, ਤਾਂ ਸ਼ਹਾਦਤ ਤੋਂ ਬਾਅਦ ਇਹਦਾ ਜੇ ਤੁਸੀਂ ਦੇਖੋਗੇ ਤਾਂ ਟੋਟਲੀ ਭਾਰਤ ਪਾਕਿਸਤਾਨ ਦੇ ਰਿਸ਼ਤਿਆਂ ਤੇ ਵੀ ਅਸਰ ਪਿਆ ਤੇ ਸਿਆਸਤ ਤੇ ਵੀ ਅਸਰ ਪਿਆ। ਜੀ ਜੀ ਮਿੰਟੂ ਜੀ, ਜੇ ਅੱਜ ਦੀਆਂ ਹੋਰ ਖਬਰਾਂ ਬਾਰੇ ਗੱਲ ਕਰੀਏ, BBC ਦਾ ਜਿਹੜਾ ਹੈੱਡਕੁਆਟਰ ਹੈ ਇੰਡੀਆ ਦੇ ਵਿੱਚ, ਉੱਥੇ ਬੜੀ ਵੱਡੀ ਛਾਪੇਮਾਰੀ ਕੀਤੀ ਗਈ ਹੈ ਇਨਕਮ ਟੈਕਸ ਵਿਭਾਗ ਵੱਲੋਂ। ਤੇ ਇਸ ਗੱਲ ਨੂੰ ਲੈ ਕੇ ਭਾਜਪਾ ਤੇ ਕਾਂਗਰਸ ਦੇ ਵਿੱਚ ਸਿਆਸੀ ਜੰਗ ਚੱਲ ਰਹੀ ਆ। BBC ਦੇ ਹੈੱਡਕੁਆਟਰ ਤੇ ਛਾਪੇਮਾਰੀ ਹੁਣ ਸਿੱਧੇ ਤੌਰ ਤੇ ਜਿਹੜੀ ਉਹ ਡਾਕੂਮੈਂਟਰੀ ਸੀ, ਜਿਹੜਾ ਉਹਦੇ ਕਰਕੇ ਕੜੱਤਣ ਪੈਦਾ ਹੋਈ ਹੈ। ਜਿਹੜੀ ਉਹ ਡਾਕੂਮੈਂਟਰੀ ਨੇ ਤੁਸੀਂ ਇਹ ਲਗਾ ਲਓ ਕਿ ਉਹ ਨਾਗਵਾਰਾ ਰਹੀ ਹੈ ਸਰਕਾਰ ਨੂੰ। ਉਹ ਤੋਂ ਬਾਅਦ ਹੁਣ ਗੱਲ ਕੀਤੀ ਜਾ ਰਹੀ ਵੀ ਤਾਂ BBC ਤੇ ਛਾਪਾ ਮਾਰਿਆ ਗਿਆ। ਹੋਰ ਉਹਦੇ ਵਿੱਚੋਂ ਕਿਹੜੀਆਂ ਗੱਲਾਂ ਸਾਹਮਣੇ ਆਈਆਂ ਨੇ ਜੀ? ਦੇਖੋ ਹਾਲ ਦੀ ਘੜੀ ਤਾਂ ਇਹੋ ਹੈ ਲਾਸਟ ਅਪਡੇਟ ਜਿਹੜੀ ਹੈ। BBC ਨੇ ਵੀ ਵੈਸੇ ਇਹਦੇ ਤੇ ਟਵੀਟ ਕੀਤਾ ਵਾ, ਤਾਂ ਉਹਨਾਂ ਨੇ ਕਿਹਾ ਕਿ ਅਸੀਂ ਮਤਲਬ ਕਿ ਸਾਰਾ ਕੁਝ ਜਿਹੜਾ ਹੈ ਉਹ ਨੋਰਮਲਾਈਜ਼ ਕਰਨ ਦਾ ਯਤਨ ਕਰ ਰਹੇ ਹਾਂ, ਮਤਲਬ ਕਿ ਸਹਿਯੋਗ ਕਰ ਰਹੇ ਹਾਂ। ਤਾਂ ਸਾਰਾ ਕੁਝ ਸ਼ੁਰੂ ਹੋ ਜਾਏਗਾ ਕਿ ਆਫਿਸ ਦਾ ਜਿਹੜਾ ਕੰਮ ਆ ਉਹ ਅਸੀਂ ਥੋੜਾ ਬਹੁਤਾ ਸ਼ੁਰੂ ਕਰ ਦਿੱਤਾ ਹੈ। ਇਹ ਟਵੀਟ ਸੀਗਾ ਪਹਿਲਾਂ। ਫਿਰ ਉਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੀ ਵੀ ਇੱਕ ਪ੍ਰਤੀਕਿਰਿਆ ਆਉਂਦੀ ਹੈ ਇਹਦੇ ਤੇ। ਭਾਰਤੀ ਜਨਤਾ ਪਾਰਟੀ ਵਾਲੇ ਕਹਿੰਦੇ ਨੇ ਕਿ ਦੇਖੋ ਗੱਲ ਇਹ ਆ ਕਿ ਕੋਈ ਵੀ ਕਾਨੂੰਨ ਤੋਂ ਉੱਤੇ ਨਹੀਂ ਹੈ, ਮਤਲਬ ਕਿ ਇਹ ਇੰਟਰਨੈਸ਼ਨਲੀ ਜੋ ਕੁਝ ਟੈਕਸਾਂ ਦਾ ਲੈਣ ਦੇਣ ਹੁੰਦਾ ਉਹਦੇ ਬਾਰੇ ਇਹ ਸਰਵੇ ਕੀਤਾ ਜਾ ਰਿਹਾ ਹੈ। ਤਾਂ ਕੋਈ ਵੀ ਕਾਨੂੰਨ ਤੋਂ ਉੱਤੇ ਨਹੀਂ ਹੈ। ਇਹਨਾਂ ਦਾ ਬੁਲਾਰਾ ਤੇ ਇੱਕ ਇੱਥੋਂ ਤੱਕ ਬੋਲ ਗਿਆ ਕਿ ਬਕਵਾਸ ਸੰਸਥਾਨ ਆ, ਇਹ ਬਕਵਾਸ ਸੰਸਥਾਨ ਆ। ਤੇ ਨਾਲ ਜਿਹੜੇ ਦੂਸਰੇ ਸੀਗੇ ਉਹਨਾਂ ਨੂੰ ਵੀ ਤਨਕੀਦ ਕੀਤੀ ਉਹਨਾਂ ਨੇ, ਜਿਹੜੇ ਖਾਸ ਤੌਰ ਤੇ ਕਾਂਗਰਸ ਵਾਲੇ ਸਵਾਲ ਚੁੱਕ ਰਹੇ ਸੀ। ਕਾਂਗਰਸੀਆਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਅਸੀਂ ਤਾਂ ਬਈ JPC ਮੰਗ ਰਹੇ ਸੀ, ਇਹ BBC ਦੇ ਮਗਰ ਲੱਗ ਗਏ ਨੇ, ਜੈ ਰਾਮ ਰਮੇਸ਼ ਨੇ ਕਿਹਾ। ਤਾਂ ਇਹਨਾਂ ਨੇ ਵੀ ਫਿਰ ਯਾਦ ਦਿਵਾਈ ਕਿ ਮਿੱਤਰੋ ਅਸੀਂ ਵੀ ਤੁਹਾਨੂੰ ਯਾਦ ਦਿਵਾ ਦਿੰਦੇ ਹਾਂ ਕਿ ਤੁਸੀਂ ਵੀ BBC ਦੇ ਨਾਲ ਘੱਟ ਨਹੀਂ ਸੀ ਕੀਤੀ ਕਿਸੇ ਮੌਕੇ ਤੇ। ਤਾਂ ਫਿਰ ਤੁਹਾਨੂੰ ਇਤਿਹਾਸ ਦੀਆਂ ਪੱਤਾਂ ਫੋਲ ਕੇ ਪਿੱਛੇ ਜਾਣਾ ਪਏਗਾ ਕਿ BBC ਦੇ ਨਾਲ ਇਹ ਪਹਿਲਾ ਪੇਚਾ ਪਿਆ ਭਾਰਤ ਸਰਕਾਰ ਦਾ ਜਾਂ ਇਹ ਤੋਂ ਪਹਿਲਾਂ ਵੀ ਹੋਇਆ? ਬਿਲਕੁਲ ਹੋਇਆ।
ਜੋ ਗੱਲ ਅੱਜ ਮੇਣੋ ਮੇਣੀ ਹੋ ਕੇ ਨਿਕਲੀ ਹੈ ਨਾ, ਉਹ ਸੱਚ ਹੈ ਬਿਲਕੁਲ। ਕਿਉਂਕਿ 1970 ਦੇ ਵਿੱਚ ਇਹਨਾਂ ਨੇ 2 ਡਾਕੂਮੈਂਟਰੀਆਂ ਬਣਾਈਆਂ ਸੀ। ਸਿਆਪਾ ਉਦੋਂ ਵੀ ਡਾਕੂਮੈਂਟਰੀ ਤੇ ਪਿਆ ਸੀਗਾ ਜੀ। ਜਦੋਂ ਆਪਾਂ ਇਤਿਹਾਸ ਦੇ ਪੱਤਰੇ ਖੋਲੀਏ ਨਾ, 70 ਦੇ ਵਿੱਚ ਜਦੋਂ ਇੰਦਰਾ ਗਾਂਧੀ ਦਾ ਮਤਲਬ ਕਿ ਬਹੁਤ ਜ਼ਿਆਦਾ ਦਬਦਬਾ ਸੀਗਾ, ਉਸ ਦੌਰ ਦੇ ਵਿੱਚ ਇਹਨਾਂ ਨੇ ਕਲਕੱਤਾ ਤੇ ਫੈਂਟਮ ਇੰਡੀਆ ਨਾਂ ਦੀਆਂ 2 ਡਾਕੂਮੈਂਟਰੀਆਂ ਬਣਾਈਆਂ ਸੀਗੀਆਂ, ਜਿਨ੍ਹਾਂ ਦੇ ਵਿੱਚ ਭਾਰਤ ਦੀ ਜਿਹੜੀ ਰੋਜ਼ਾਨਾ ਦੀ ਔਖੀ ਜ਼ਿੰਦਗੀ ਹੈ ਉਹਨੂੰ ਦਿਖਾਇਆ ਗਿਆ ਸੀਗਾ। ਤਾਂ ਇਹਨਾਂ ਨੇ ਕਿਹਾ ਸੀਗਾ ਕਿ ਤੁਸੀਂ ਗਲਤ ਰੂਪ ਦੇ ਵਿੱਚ ਪੇਸ਼ ਕੀਤੀ ਹੈ। 70 ਚ ਇਹਨਾਂ ਨੂੰ ਬੈਨ ਕਰ ਦਿੱਤਾ ਗਿਆ ਸੀ BBC ਵਾਲਿਆਂ ਨੂੰ। 72 ਦੇ ਵਿੱਚ ਫਿਰ ਉਹ ਬੈਨ ਚੁੱਕ ਲਿਆ ਗਿਆ ਸੀ। ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤਾਂ 2008 ਦੇ ਵਿੱਚ ਵੀ ਇੱਕ ਵਰਕਸ਼ਾਪ ਦੇ ਵਿੱਚ ਕੰਮ ਕਰਨ ਵਾਲੇ ਜਿਹੜੇ ਬਾਲ ਕਿਰਤੀ ਹੁੰਦੇ, ਬਾਲ ਮਜ਼ਦੂਰ, ਉਹਨਾਂ ਦੀ ਇਹਨਾਂ ਨੇ ਇੱਕ ਸੀਰੀਜ਼ ਕੀਤੀ ਸੀ ਸ਼ਾਇਦ, ਤਾਂ ਉਹਦੇ ਤੇ ਵੀ ਰੌਲਾ ਪਿਆ ਸੀਗਾ ਕਿਉਂਕਿ ਫੁਟੇਜ ਮੁੜ ਕੇ ਫਰਜ਼ੀ ਨਿਕਲੇ ਸੀਗੇ। ਉਦੋਂ ਵੀ ਪੇਚਾ ਪਿਆ, 15 ਦੇ ਵਿੱਚ ਵੀ ਪੈ ਗਿਆ ਸੀਗਾ, ਯਾਨੀ ਨਰਿੰਦਰ ਮੋਦੀ ਸਰਕਾਰ ਉਦੋਂ ਆ ਚੁੱਕੀ ਸੀਗੀ। ਤਾਂ ਉਦੋਂ ਵੀ ਉਹ ਜਿਹੜਾ ਇੱਕ ਨਿਰਭਇਆ ਕਾਂਡ ਦਾ ਦੋਸ਼ੀ ਸੀ ਮੁਕੇਸ਼ ਸਿੰਘ, ਉਹ ਤੁਸੀਂ ਦੇਖਿਆ ਹੋਣਾ ਸ਼ਾਇਦ, ਇੰਡੀਆਜ਼ ਡਾਟਰ ਇੱਕ ਡਾਕੂਮੈਂਟਰੀ, ਉਦੋਂ ਵੀ ਬਹੁਤ ਰੌਲਾ ਪਿਆ ਸੀਗਾ। ਤਾਂ 17 ਦੇ ਵਿੱਚ ਵੀ BBC ਦੇ ਨਾਲ ਜੰਗਲੀ ਜਾਨਵਰਾਂ ਵਾਲੇ ਮਾਮਲੇ 'ਚ ਇੱਕ ਪੇਚਾ ਉਦੋਂ ਵੀ ਚੱਲਿਆ ਸੀਗਾ ਇਹਨਾਂ ਦਾ। ਖੈਰ ਇਹ ਵੈਸੇ ਤਾਂ 1922 ਦੇ ਵਿੱਚ ਆਇਆ BBC, ਪਹਿਲਾਂ ਇਹ ਨਿੱਜੀ ਸੀਗੀ, ਬਾਅਦ ਦੇ ਵਿੱਚ ਕੰਪਨੀ ਤੁਹਾਨੂੰ ਪਤਾ ਹੀ ਹੈ ਬ੍ਰਿਟਿਸ਼ ਸਰਕਾਰ ਦੇ ਤਹਿਤ ਹੀ ਆ ਗਈ। ਇਹ 1940 ਚ ਆਏ ਸਨ ਇੰਡੀਆ 'ਚ। ਤਾਂ ਉਸ ਤੋਂ ਬਾਅਦ ਇਹਨਾਂ ਦੇ ਲਗਾਤਾਰ ਮੁਸਲਸਲ ਕਿਤੇ ਨਾ ਕਿਤੇ ਸਿੰਘ ਤੇ ਫਸਦੇ ਰਹੇ ਆ ਭਾਰਤੀ ਗਵਰਨਮੈਂਟ ਦੇ ਨਾਲ। ਪਰ ਐਤਕੀ ਜਿਵੇਂ ਤੁਸੀਂ ਕਿਹਾ ਕਿ ਡਾਕੂਮੈਂਟਰੀ ਦੇ ਨਾਲ ਹੀ ਜੋੜਿਆ ਜਾ ਰਿਹਾ, ਹਾਲਾਂਕਿ ਇਹ ਵੱਖ ਕਰ ਰਹੇ ਨੇ, ਕੋਈ ਕਾਨੂੰਨ ਤੋਂ ਉੱਤੇ ਨਹੀਂ ਹੈਗਾ ਜੀ। ਪਰ ਰਾਜਨੀਤੀ ਦੇ ਵਿੱਚ ਰਾਜਨੀਤਿਕ ਬੰਦੇ ਜਿਸ ਤਰ੍ਹਾਂ ਦੇ ਮਰਜ਼ੀ ਤਰਕ ਦੇਣ, ਜਿਸ ਤਰ੍ਹਾਂ ਦੀਆਂ ਮਰਜ਼ੀ ਦਲੀਲਾਂ ਦੇਣ, ਪਰ ਲੋਕ ਜਿਹੜੇ ਆਪਣੇ ਹਿਸਾਬ ਦੇ ਨਾਲ ਮਤਲਬ ਕੱਢਦੇ ਆ, ਸੋ ਕੱਢਦੇ ਹੀ ਆ। ਪਰ ਮੇਰਾ ਮੰਨਣਾ ਇਹ ਆ ਕਿ ਚਾਹੇ ਸੈਂਟਰਲ ਏਜੰਸੀਆਂ ਆਜ਼ਾਦਾਨਾ ਢੰਗ ਨਾਲ ਹੀ ਕਿਉਂ ਨਾ ਜਾ ਰਹੀਆਂ ਹੁਣ ਜੀ, ਠੀਕ ਹੈ, ਬਿਨਾਂ ਕਿਸੇ ਦਬਾਅ ਦੇ, ਪਰ ਇਹ ਜਿਹੜੀ ਟਾਈਮਿੰਗ ਆ ਇਹ ਸਹੀ ਨਹੀਂ ਹੈ, ਇਹ ਦਰੁਸਤ ਨਹੀਂ ਹੈ। ਕਿਉਂਕਿ ਡਾਕੂਮੈਂਟਰੀ ਬੈਨ ਕਰਕੇ ਪਹਿਲਾਂ ਤੁਸੀਂ ਬਹੁਤ ਵੱਡੀ ਗਲਤੀ ਕੀਤੀ ਹੈ, ਮੇਰੀ ਘੱਟੋ ਘੱਟ ਕਹਿ ਲਓ ਕਿ ਨਜ਼ਰ ਦੇ ਮੁਤਾਬਕ, ਮੇਰੇ ਨਜ਼ਰੀਏ ਦੇ ਮੁਤਾਬਕ। ਤਾਂ ਹੁਣ ਵੀ ਮੇਰੇ ਨਜ਼ਰ ਮੁਤਾਬਕ, ਨਜ਼ਰੀਏ ਮੁਤਾਬਕ ਥੋੜਾ ਜਿਹਾ ਕੰਮ ਗਲਤ ਕਰ ਰਹੇ ਨੇ ਜੀ, ਗਲਤ ਹੋ ਰਿਹਾ ਹੈ। ਕਿਉਂਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਸੈਂਟਰਲ ਏਜੰਸੀ ਦੀਆਂ ਰੇਡਾਂ ਹੁੰਦੀਆਂ ਨੇ ਸਾਡੇ ਇੰਡੀਆ 'ਚ, ਉਹ ਤੁਹਾਨੂੰ ਪਤਾ ਹੀ ਹੈ ਕਿਤੇ ਨਾ ਕਿਤੇ ਸਿਆਸਤ ਤੋਂ ਪ੍ਰੇਰਿਤ ਹੁੰਦੀਆਂ ਨੇ ਜੀ, ਸੈਂਟਰਲ ਏਜੰਸੀਆਂ ਵਾਲਿਆਂ। ਤਾਂ ਉਹਦਾ ਮੈਸੇਜ ਸਹੀ ਨਹੀਂ ਜਾਏਗਾ, ਕਿਉਂਕਿ ਅਸੀਂ ਚਾਹੇ ਉਹ ਪ੍ਰੈਸ ਦੀ ਆਜ਼ਾਦੀ ਹੋਵੇ, ਚਾਹੇ ਕੁਝ ਹੋਰ ਲੋਕਤੰਤਰਿਕ ਇੰਡੈਕਸ ਹੋਣ, ਅਸੀਂ ਉਹਨਾਂ ਦੇ ਵਿੱਚ ਬਹੁਤ ਪਛੜਦੇ ਜਾ ਰਹੇ ਹਾਂ। ਇਹ ਚੀਜ਼ਾਂ ਜਿਹੜੀਆਂ ਨੇ ਉੱਥੇ ਜਾ ਕੇ ਤੁਸੀਂ ਇਹ ਸਫਾਈਆਂ ਨਹੀਂ ਦੇ ਸਕਦੇ ਕਿ ਕੋਈ ਕਾਨੂੰਨ ਦੇ ਉੱਤੇ ਹੈ। ਕਿਉਂਕਿ ਮੈਂ ਪੜ੍ਹ ਰਿਹਾ ਸੀਗਾ, ਜਿਵੇਂ ਹੀ ਇਹ ਛਾਪੇਮਾਰੀ ਵਿਜੇ ਜੀ ਸ਼ੁਰੂ ਹੋਈ, ਵਾਸ਼ਿੰਗਟਨ ਪੋਸਟ ਨੇ ਨਾਲ ਦੀ ਨਾਲ ਜਿਹੜੀ ਨਿਊਜ਼ ਫਲੈਸ਼ ਕੀਤੀ ਸੀ ਉਹ ਇਸੇ ਤਰ੍ਹਾਂ ਹੀ ਕੀਤੀ ਸੀਗੀ ਕਿ ਡਾਕੂਮੈਂਟਰੀ ਦੇ ਚੱਲਦਿਆਂ ਹੀ ਛਾਪੇਮਾਰੀ ਹੋਈ ਆ। ਸੋ ਦੁਨੀਆ ਨੂੰ ਸਮਝਾਉਣਾ ਬਹੁਤ ਔਖਾ ਹੋਏਗਾ। ਤਾਂ ਮੇਰੇ ਖਿਆਲ ਦੇ ਨਾਲ ਇੱਕ ਵਾਰੀ ਫਿਰ ਸਫਾਈਆਂ ਦਾ ਤੇ ਉਧਰੋਂ ਆਲੋਚਨਾ ਦਾ ਦੌਰ ਜਿਹੜਾ ਹੈ ਉਹ ਜਾਰੀ ਰਹੇਗਾ, ਕਿਉਂਕਿ ਸੈਂਟਰਲ ਏਜੰਸੀ ਨੇ ਇਹ ਕਹਿ ਦਿੱਤਾ, ਇਨਕਮ ਟੈਕਸ ਡਿਪਾਰਟਮੈਂਟ ਨੇ, ਕਿ ਇਹ ਸਰਵੇ ਜਿਹੜਾ ਉਹ ਸ਼ਾਇਦ ਸਾਡਾ ਹਾਲੇ ਲੰਮਾ ਚੱਲੇਗਾ ਜੀ। ਤੇ ਮਿੰਟੂ ਜੀ, ਅੱਜ 14 ਫਰਵਰੀ ਵੈਲੈਂਟਾਈਨਸ ਡੇ ਵੀ ਹੈ। ਵੈਲੈਂਟਾਈਨ ਡੇ ਵਾਲੇ ਮੌਕੇ ਸਾਨੂੰ ਪਤਾ ਵੀ ਇੰਡੀਆ ਦੇ ਵਿੱਚ ਜਿਹੜੀ ਕੋਈ ਜੋ ਬ੍ਰਿਗੇਡ ਨਿਕਲਦੀ ਹੁੰਦੀ, ਬਜਰੰਗ ਦਲ ਤੇ ਹੋਰ ਜਿਹੜੇ ਕਹਿੰਦੇ ਕਿ ਜੀ ਵੈਲੈਂਟਾਈਨਸ ਡੇ ਨਹੀਂ ਮਨਾਉਣਾ ਚਾਹੀਦਾ ਐਂਡ ਆਲ ਦੈਟ। ਹੁਣ ਇਹ ਅੱਜ ਵੀ ਸਰਗਰਮ ਹੋਏ ਸੀ ਤੇ ਗਏ ਸੀਗੇ, ਇਹ ਆਪਣੀ ਕਾਰਵਾਈ ਪਾਉਣ ਗਏ ਸੀ, ਪਰ ਇਹਨਾਂ ਦੀ ਕਾਰਵਾਈ ਇਹਨਾਂ ਦੇ ਪੁੱਠੀ ਪੈ ਗਈ। ਸਾਰੀ ਗੱਲ ਤੁਸੀਂ ਸਮਝਾਓ ਵੀ ਕੀ ਹੋਇਆ। ਨਹੀਂ, ਕਈ ਵਾਰ ਉਹ ਕਹਿੰਦੇ ਹੁੰਦੇ ਨਾ ਕਿ ਸ਼ਿਕਾਰ ਕਰਨ ਗਿਆ ਬੰਦਾ ਹੀ ਸ਼ਿਕਾਰ ਹੋ ਜਾਂਦਾ ਆ ਜੀ। ਤੇ ਇਹ ਇਹਨਾਂ ਦੇ ਨਾਲ ਉਹੀ ਹੋਈ ਆ। ਇਹ ਤੁਹਾਨੂੰ ਪਤਾ, ਇਹ ਨਾ ਸਾਡੇ ਇੱਥੇ ਹੈਗੀ, ਹਰੇਕ ਸਟੇਟ ਦੇ ਵਿੱਚ ਇਸ ਤਰ੍ਹਾਂ ਦੀ ਤੁਹਾਨੂੰ ਪੁਲਿਸ ਮਿਲ ਜਾਏਗੀ। ਜਿਵੇਂ ਇਰਾਨ ਦੇ ਵਿੱਚ ਨਹੀਂ ਉਹਨਾਂ ਦੀ, ਉਹ ਕਹਿੰਦੇ ਹੁੰਦੇ ਸੀਗੇ ਜੀ ਇਹ ਨੈਤਿਕ ਪੁਲਿਸ ਆ। ਉਹ ਨੈਤਿਕ ਪੁਲਿਸ ਨੇ ਦੇਖ ਲਓ ਕਿ ਉੱਥੋਂ ਦੇ ਨਿਜ਼ਾਮ ਦੇ ਜਿਹੜੇ ਕਰਤਾ ਧਰਤਾ ਸੀ ਕਿੰਨੇ ਕਸੂਤੇ ਫਸਾਏ ਹੋਏ। ਇੱਕ ਕੁੜੀ ਨੂੰ ਮਾਰਿਆ ਉਹਨਾਂ ਨੇ, ਉਸ ਤੋਂ ਬਾਅਦ ਇਰਾਨ ਦੇ ਵਿੱਚ ਸਥਿਤੀ ਜਿਹੜੀ ਆ ਹਾਲੇ ਵੀ ਨਹੀਂ ਸੰਭਲ ਰਹੀ। ਤਾਂ ਇੱਥੇ ਵੀ ਕੀ ਹੈ ਕਿ ਇਸ ਤਰ੍ਹਾਂ ਦੀ ਪੁਲਿਸ ਹੈਗੀ ਆ, ਪੁਲਿਸਿੰਗ ਉਹ ਕਰਦੇ ਨੇ ਆਪੋ ਆਪਣੇ ਧਰਮ ਦੇ ਜਿਹੜੇ ਕੁਛ ਹੈਗੇ ਨੇ ਆਪ ਹੁਦਰੀਆਂ ਕਰਨ ਵਾਲੇ, ਉਹ ਥਾਣੇਦਾਰ ਆ ਜਾਂਦੇ ਨੇ ਮੈਦਾਨ 'ਚ, ਇਹ ਨਹੀਂ ਕਰਨਾ, ਇਹ ਨਹੀਂ ਕਰਨਾ। ਉਹ ਪਾਰਕ 'ਚ ਬੈਠੇ ਹੁੰਦੇ ਜੋੜੇ, ਤੇ ਉਹ ਫਿਰ ਜੋੜੇ ਛੱਡ ਕੇ ਨਿਕਲ ਜਾਂਦੇ ਕਿ ਆ ਗਏ ਬਈ ਇਹ ਤਾਂ ਜੀ, ਫੜ ਲਓ ਹੋ ਜਾਂਦੀ ਆ। ਤੇ ਇਹ ਅੱਜ ਗਏ ਸਨ ਕਿਤੇ ਫਰੀਦਾਬਾਦ ਦੇ ਵਿੱਚ ਨਾ, ਕਿਸੇ ਪਾਰਕ 'ਚ ਕੋਈ ਜੋੜਾ ਬੈਠਾ ਸੀਗਾ ਤੇ ਇਹਨਾਂ ਨੇ ਤੇ ਜਾ ਕੇ ਉੱਥੇ ਝੰਮਣਾ ਸ਼ੁਰੂ ਕਰ ਦਿੱਤਾ। ਹੋਇਆ ਕੀ ਕਿ ਅੱਗੋਂ ਸਿਆਪਾ ਇਹ ਪੈ ਗਿਆ ਕਿ ਉਹ ਤੇ ਮੀਆਂ ਬੀਵੀ ਸਨ। ਇਹ ਤੇ ਮੀਆਂ ਬੀਵੀ ਸਨ। ਉਹ ਤਾਂ ਜੀ ਉਹ ਇੰਨਾ ਸਿਆਪਾ ਪਿਆ ਤੇ ਲੋਕ ਹੋ ਗਏ ਇਕੱਠੇ ਜੀ। ਫਿਰ ਇਹ ਜੋੜੇ ਹੱਥਾਂ 'ਚ ਦੇ ਕੇ ਤੇ ਨਿਕਲ ਗਏ ਉੱਥੋਂ, ਛੱਡ ਕੇ ਮਟਰ ਪਨੀਰ ਪਤਲੀ ਗਲੀ ਥਾਣੀ ਇਹ ਦੌੜ ਗਏ, ਜੁੱਤੀ ਬਹੁਤ ਪਈ
ਇਹ ਦੱਸਦੇ ਆ ਕਿ ਕੁਝ ਤਥਾਕਥਿਤ ਬਜਰੰਗ ਦਲ ਦੇ ਕੁਝ ਕਾਰਕੁਨ ਸੀਗੇ, ਪਤਾ ਨਹੀਂ ਹੁਣ ਹੈ ਕਿ ਨਹੀਂ ਹੈਗੇ, ਪਰ ਜਦੋਂ ਇਹਨਾਂ ਨੂੰ ਵੇਖਿਆ ਕਿ ਇਹ ਤੇ ਜੋੜੇ ਨੂੰ ਤੰਗ ਕਰ ਰਹੇ ਤੇ ਉਹ ਤਾਂ ਮੀਆਂ ਬੀਵੀ ਆ, ਤੇ ਫਿਰ ਉਹ ਜਿਹੜਾ ਜੋੜਾ ਸੀਗਾ ਉਹ ਵੀ ਅੱਗੋਂ ਜੋੜਾ ਲਾ ਕੇ, ਜੋੜਾ ਕਹਿੰਦੇ ਹੁੰਦੇ ਜੁੱਤੀ ਨੂੰ ਉਹ ਵੀ ਲਾ ਕੇ ਪੈ ਗਿਆ, ਤੇ ਫਿਰ ਆਲੇ ਦੁਆਲੇ ਤੇ ਜਿਹੜੇ ਲੋਕ ਸੀ ਬੁਰੇ ਭੱਜੇ ਨੇ। ਜਿਵੇਂ ਉਹ ਫਿਲਮਾਂ 'ਚ ਨਹੀਂ ਆਪਾਂ ਦੇਖਦੇ ਹੋ ਤੇਜ਼ ਰਫ਼ਤਾਰ 'ਚ ਭੱਜਦੇ ਤੇ ਡਿੱਗਦੇ ਗੁੰਡੇ ਤੁਰੇ ਜਾਂਦੇ ਜਦੋਂ ਹੀਰੋ ਕੁੱਟਦਾ, ਉਹ ਏਦਾਂ ਹੀ ਜਾ ਰਹੇ ਸਨ ਸੜਕ ਤੇ। ਤਾਂ ਬਹੁਤ ਇਹਨਾਂ ਦੇ ਨਾਲ ਮਾੜੀ ਹੋਈ ਹੈ, ਪਰ ਇਹਨਾਂ ਨੂੰ ਸਮਝਣਾ ਚਾਹੀਦਾ ਹੈ ਕਿ ਇਸ ਦੌਰ ਦੇ ਵਿੱਚ ਜਦੋਂ ਤੁਸੀਂ ਜਾ ਕੇ ਇਸ ਤਰ੍ਹਾਂ ਦੀ ਪੁਲਿਸਿੰਗ ਕਰਦੇ ਹੋ ਨਾ ਆਪਣੇ ਆਪ, ਇਹ ਚੀਜ਼ਾਂ ਠੀਕ ਨਹੀਂ ਹੈ, ਇਹ ਚੀਜ਼ਾਂ ਸਹੀ ਨਹੀਂ ਹੈ। ਤੁਸੀਂ ਆਪੋ ਆਪਣੇ ਧਰਮ ਦੇ ਬੱਚਿਆਂ ਨੂੰ ਪ੍ਰੇਰਿਤ ਕਰੋ, ਸਮਝਾਓ, ਸਾਰੀਆਂ ਚੀਜ਼ਾਂ ਠੀਕ ਹੈ। ਕਿ ਜੋ ਕੋਈ ਮੰਨ ਲਓ ਬਾਲ ਗਿਆ ਆਪਣੀ ਮਤਲਬ ਸਹਿਮਤੀ ਦੇ ਨਾਲ ਕਿਤੇ ਬੈਠਾ ਪਬਲਿਕ ਪਲੇਸ ਤੇ, ਤੁਸੀਂ ਕੌਣ ਹੁੰਦੇ ਹੋ ਜੀ? ਇਹਨਾਂ ਤਾਂ ਇਹੋ ਜਿਹਾ ਕੰਮ ਸ਼ੁਰੂ ਕੀਤਾ ਸੀਗਾ ਪਿੱਛੇ ਜੇ ਯੂਪੀ ਦੇ ਵਿੱਚ, ਇੱਕ ਲੜਕਾ ਪੀਜ਼ਾ ਖਾਣ ਵਾਸਤੇ ਗਏ ਤੇ ਇਹਨਾਂ ਨੇ ਜਾ ਕੇ, ਉਹ ਲੜਕਾ ਕਿਤੇ ਮੁਸਲਮਾਨ ਸੀ, ਫਰੈਂਡ ਸੀਗੇ ਆਪਸ ਦੇ ਵਿੱਚ ਜੀ, ਉਹਨੂੰ ਕੁੱਟ ਕੱਤਿਆ ਸੀਗਾ। ਤਾਂ ਉੱਥੇ ਬੜਾ ਬਵਾਲ ਪੈਦਾ ਹੋ ਗਿਆ ਸੀਗਾ ਕਿ ਭਾਈ ਕੋਈ ਗੱਲ ਨਹੀਂ ਹੈ, ਦੋ ਫਰੈਂਡ ਦੋ ਦੋਸਤ ਕਿਤੇ ਬੈਠ ਕੇ ਖਾ ਵੀ ਨਹੀਂ ਸਕਦੇ। ਇਸ ਕਰਕੇ ਇਹਨਾਂ ਚੀਜ਼ਾਂ ਤੇ ਖੁਦ ਹੀ ਕੰਟਰੋਲ ਰੱਖੋਗੇ ਤਾਂ ਠੀਕ ਹੈ, ਨਹੀਂ ਤਾਂ ਫਿਰ ਇਹੋ ਜਿਹੀਆਂ ਘਟਨਾਵਾਂ ਜਿਹੜੀਆਂ ਉਹ ਤੁਹਾਡੇ ਕੰਨਾਂ ਨੂੰ ਹੱਥ ਲਵਾ ਦੇਣਗੀਆਂ। ਹੁਣ ਅਗਲਾ ਵੈਲੈਂਟਾਈਨ ਮੈਨੂੰ ਲੱਗਦਾ ਕਿ ਇੱਥੇ ਜਿਹੜੇ ਛਿੱਤਰ ਖਾ ਕੇ ਗਏ ਘਰੇ ਹੀ ਮਨਾਉਣਗੇ, ਭਾਵੇਂ ਘਰੇ ਵੇਲਣੇ ਹੀ ਖਾ ਕੇ ਵੈਲੈਂਟਾਈਨ ਮਨਾ ਲੈਣ ਜੀ। ਮਿੰਟੂ ਜੀ ਇਹ ਦੱਸਿਓ, ਜਿਹੜੇ ਪਾਵਨ ਸਰੂਪ ਗਾਇਬ ਹੋ ਗਏ ਸੀ ਉਸ ਮਾਮਲੇ ਦੇ ਵਿੱਚ ਹੁਣ ਕੋਈ ਵੱਡੇ ਖੁਲਾਸੇ ਕੀਤੇ ਗਏ ਨੇ, ਨਵੀਂ ਜਾਣਕਾਰੀ ਕੀ ਸਾਹਮਣੇ ਆਈ ਹੈ ਜੀ? ਦੇਖੋ ਇਹਦੇ 'ਚ SGPC ਨੇ ਹੀ ਸਾਰੀਆਂ ਗੱਲਾਂ ਜਿਹੜੀਆਂ ਦੁਬਾਰਾ ਸਾਫ਼ ਕੀਤੀਆਂ। ਵੈਸੇ ਤੇ ਜੇ ਕਿਸੇ ਨੇ ਪੜ੍ਹਨੀ ਹੋਵੇ ਉਹ ਰਿਪੋਰਟ ਹੈਗੀ ਆ, ਉਹ ਰਿਪੋਰਟ ਇਹਨਾਂ ਦੀ SGPC ਦੀ ਨਾ ਵੈਬਸਾਈਟ ਤੇ ਹੈਗੀ ਆ, ਅਸੀਂ ਵੀ ਪੜ੍ਹੀ ਆ, ਹੋਰ ਵੀ ਬਹੁਤ ਸਾਰੇ ਸੱਜਣਾਂ ਨੇ ਪੜ੍ਹੀ ਹੋਣੀ ਆ, ਕਿ ਜਿਹੜੀ ਜਾਂਚ ਪੜਤਾਲ ਹੋਈ ਸੀ ਤਾਂ ਉਹਦੇ ਹਵਾਲੇ ਦੇ ਨਾਲ। ਕਿਉਂਕਿ ਦੇਖੋ ਜਿਹੜਾ ਕੌਮੀ ਇਨਸਾਫ ਮੋਰਚਾ ਲੱਗਿਆ ਵਾ ਬੰਦੀ ਸਿੰਘਾਂ ਦੀ ਰਿਹਾਈ ਵਾਲਾ, ਉਹਦੇ ਵਿੱਚ ਇੱਕ ਨੁਕਤਾ ਇਹ ਵੀ ਆ ਕਿ ਜਿਹੜੇ 328 ਪਾਵਨ ਸਰੂਪ ਗਾਇਬ ਹੋਏ ਨੇ ਉਹਨਾਂ ਦਾ ਵੀ ਮਸਲਾ ਜਿਹੜਾ ਹੱਲ ਕੀਤਾ ਜਾਵੇ, ਕਿਉਂਕਿ ਉਹ SGPC ਦੇ ਨਾਲ ਜੁੜਿਆ ਵਾ। ਤੇ SGPC ਦੇ ਪ੍ਰਧਾਨ ਤੁਹਾਨੂੰ ਪਤਾ ਹੀ ਨਾ, ਧਾਮੀ ਸਾਹਿਬ ਉੱਥੇ ਗਏ ਸਨ ਤੇ ਉੱਥੇ ਤੇ ਕੰਮ ਖਰਾਬ ਹੋ ਗਿਆ ਸੀਗਾ, ਉਸ ਤੋਂ ਬਾਅਦ ਆਮੋ ਸਾਹਮਣਾ ਵੀ ਹੋ ਗਿਆ ਸੀਗਾ। ਤਾਂ ਖੈਰ ਹੁਣ ਇਹਨਾਂ ਨੇ ਦੁਬਾਰ ਤੋਂ ਮਤਲਬ ਕਿ ਪ੍ਰੈਸ ਕਾਨਫਰੰਸ ਕਰਕੇ ਸਫਾਈ ਦਿੱਤੀ ਆ ਕਿ ਵੇਖੋ ਜੀ ਗੱਲ ਇਹ ਆ ਕਿ ਇਹ ਜਿਹੜਾ ਮਸਲਾ ਸੀਗਾ ਅਸਲ ਦੇ ਵਿੱਚ ਇਹ ਇੱਕ ਬੰਦੇ ਵੱਲੋਂ ਕੀਤਾ ਘੁਟਾਲਾ ਸੀ, ਇਹ ਹਿਸਾਬ ਕਿਤਾਬ 'ਚ ਕੀਤਾ ਘੁਟਾਲਾ ਸੀ। ਪਾਵਨ ਸਰੂਪ ਜਿਹੜੇ ਆ ਉਹ ਗਾਇਬ ਨਹੀਂ ਹੋਏ। ਅਸਲ 'ਚ ਇਹ ਕਹਿੰਦੇ ਆ ਕਿ ਕਮਲਜੀਤ ਸਿੰਘ ਨੇ ਜਿਹੜਾ ਨਾਂ ਉਹ ਜ਼ਿਕਰ ਕਰ ਰਹੇ ਨੇ ਕਿ 212 ਸਰੂਪਾਂ ਨੂੰ ਇਹਨੇ ਸੰਪਾਦਿਤ ਕਰਨ ਵਾਸਤੇ ਭੇਜਿਆ ਸੀਗਾ, ਪਰ ਰਜਿਸਟਰ ਦੇ ਵਿੱਚ ਨਹੀਂ ਸੀ ਚੜਾਇਆ। ਤੇ ਇਸ ਦੇ ਨਾਲ ਹੀ ਉਸਨੇ 55 ਸਰੂਪ ਹੋਰ ਤਿਆਰ ਕਰਨ ਲਈ ਇਹਨੇ ਰਜਿਸਟਰ ਦੇ ਵਿੱਚ ਜਿਹੜੇ ਸੀਗੇ ਉਹ ਚੜਾਏ ਨਹੀਂ ਹੈ, ਮਤਲਬ ਕਿ ਤਿਆਰ ਕਰ ਲੈ ਪਰ ਰਜਿਸਟਰ ਦੇ ਵਿੱਚ ਨਹੀਂ ਚੜਾਏ ਜੀ। ਤੇ ਉਸ ਦਾ ਮੁੱਖ ਮਕਸਦ ਜਿਹੜਾ ਸੀਗਾ 267 ਸਰੂਪਾਂ ਦੇ ਪੈਸੇ ਹੜਪਣਾ ਸੀਗਾ, ਨਾ ਕਿ ਕੁਝ ਹੋਰ ਸੀ। ਉਹ ਕਹਿੰਦੇ ਕਿ ਇਹ ਪਹਿਲਾ ਮਾਮਲਾ ਨਹੀਂ ਸੀਗਾ ਜਦੋਂ ਕਮਲਜੀਤ ਫੜਿਆ ਗਿਆ। ਕਮਲਜੀਤ ਸਿੰਘ ਨੇ ਬਾਜ ਸਿੰਘ ਦੇ ਨਾਲ ਮਿਲ ਕੇ ਕਹਿੰਦੇ ਆ ਕਿ ਪਹਿਲਾਂ ਵੀ ਗਿਣਤੀ 'ਚ ਹੇਰਾਫੇਰੀ ਕੀਤੀ ਸੀ। ਤਦ 18 ਅਗਸਤ 2015 ਨੂੰ ਇਹਨਾਂ ਦੋਵਾਂ ਨੇ 9,82,000 ਰੁਪਏ ਦਾ ਜੁਰਮਾਨਾ ਵੀ ਭਰਿਆ, ਕਿਉਂਕਿ ਇਹਨਾਂ ਨੇ ਜੋ ਮਤਲਬ ਕਿ SGPC ਬਤੌਰ ਕਰਮਚਾਰੀ ਇਹਨਾਂ ਨੂੰ ਮਿਲਦੇ ਆ ਫੰਡ ਵਗੈਰਾ, ਤਨਖਾਹਾਂ ਜਾਂ ਜੋ ਵੀ ਰਿਟਾਇਰਮੈਂਟ ਤੇ ਜਾਂ ਹੋਰ ਪੱਤੇ ਮਿਲਦੇ ਆ, ਕਿ ਉਹਨਾਂ ਦੇ ਵਿੱਚ ਐਡਜਸਟਮੈਂਟ ਕਰਾ ਦਿੱਤੀ ਕਿ ਲਿਖਤ ਇਹਨਾਂ ਦੇ ਕੋਲ ਆ ਕਿ ਵੇਖੋ ਜੀ ਇਹ ਬੰਦੇ ਜਦੋਂ ਪਹਿਲਾਂ ਫੜੇ ਗਏ ਸਨ ਤਾਂ ਇਹਨਾਂ ਨੇ ਕਿਹਾ ਸੀਗਾ ਕਿ ਹਾਂ ਅਸੀਂ ਇਹ ਗਲਤੀ ਕੀਤੀ ਹੈ ਤੇ ਤੁਸੀਂ ਸਾਥੋਂ ਕੱਟ ਕਟਾ ਕਰ ਲਓ। ਪਰ ਇੱਥੇ ਹੁਣ ਦੇਖੋ ਗੱਲ ਤੇ ਇਹ ਆ ਨਾ ਕਿ ਜੇ ਬਾਈ ਇਸ ਕਮਲਜੀਤ ਨੇ ਪਹਿਲਾਂ ਹੀ ਇਹ ਕਮਲ ਮਾਰਿਆ ਵਾ ਤੇ ਤੁਸੀਂ ਇਹਦੇ ਤੋਂ ਜੁਰਮਾਨਾ ਭਰਾ ਕੇ ਉਹਨੂੰ ਫੇਰ ਉਸੇ ਡਿਊਟੀ ਤੇ ਚਾੜ ਦਿੱਤਾ, ਯਾਰ ਗਲਤੀ ਤਾਂ ਫਿਰ ਤੁਹਾਡੀ ਵੀ ਹੈ ਨਾ। ਗਲਤੀ ਫਿਰ ਮੇਰੀ ਪੂਰੀ ਸੰਗਤ ਦੀ ਨਹੀਂ। ਤੁਸੀਂ ਕਹਿ ਸਕਦੇ ਕਿ ਹਾਂ ਜੀ ਉਹ ਹਿਸਾਬ ਕਿਉਂ ਮੰਗ ਰਹੇ ਆ, ਇਹ ਕਿਉਂ ਕਰ ਰਹੇ ਆ, ਉਹ ਕਿਉਂ ਕਰ ਰਹੇ ਆ। ਠੀਕ ਹੈ, ਕੁਝ ਚੀਜ਼ਾਂ ਦੇ ਵਿੱਚ ਸਪਸ਼ਟਤਾ ਹੋਣੀ ਚਾਹੀਦੀ ਆ ਕਿ ਭਾਈ ਤੁਸੀਂ ਕਮ ਸੇ ਕਮ ਇਹਦੇ ਤੇ ਜਵਾਬ ਦਿਓ, ਇਹਦੇ ਤੇ ਤੁਹਾਨੂੰ ਆਪਣੀ ਗਲਤੀ ਮੰਨਣੀ ਚਾਹੀਦੀ ਹੈ। ਜਾਂ ਜਿਹੜੇ ਬੰਦਿਆਂ ਦੇ ਸਿਰ ਤੇ ਜ਼ਿੰਮੇਵਾਰੀ ਸੀਗੀ ਕਿ ਉਹਨਾਂ ਨੇ ਇਹਨਾਂ ਨੂੰ ਬਰਤਰਫ ਕਰਨਾ ਸੀਗਾ, ਉਹਨਾਂ ਨੇ ਕਿਉਂ ਨਹੀਂ ਕੀਤਾ, ਫਿਰ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ। ਔਰ ਸਭ ਤੋਂ ਵੱਡੀ ਗੱਲ ਕਿ ਚਲੋ ਸਾਰੀਆਂ ਗੱਲਾਂ ਤੁਹਾਡੀਆਂ ਜਿਹੜੀਆਂ ਆ ਗਈਆਂ, ਔਨ ਦਾ ਰਿਕਾਰਡ ਆ ਗਈਆਂ। ਜਿਹੜੀ ਤੁਸੀਂ ਈਸ਼ਰ ਸਿੰਘ ਰਿਪੋਰਟ ਬਾਰੇ ਜ਼ਿਕਰ ਕਰਦੇ ਹੋ ਕਿ ਉਸ ਰਿਪੋਰਟ ਦੇ ਵਿੱਚ ਇਹ ਸਿੱਟੇ ਨਿਕਲੇ ਨੇ, ਤਾਂ ਉਹਦੇ ਵਿੱਚ ਤਾਂ ਉਹਨਾਂ ਨੇ ਉਹ ਜਿਹੜਾ SS ਕੋਹਲੀ ਵਾਲਾ ਫਰਮ ਸੀਗਾ, ਤੁਹਾਨੂੰ ਯਾਦ ਹੈ ਨਾ ਕਿ ਇੱਕ ਉਹ ਜਿਹੜੀ ਆਡਿਟ ਟੀਮ ਸੀਗੀ ਉਹਦਾ ਬਹੁਤ ਜ਼ਿਕਰ ਹੁੰਦਾ ਸੀਗਾ ਕਿ ਸੁਖਬੀਰ ਸਿੰਘ ਬਾਦਲ ਦਾ ਵੀ ਉਹੀ ਲੇਖਾਕਾਰ ਆ
ਤਾਂ ਜਿਹੜੀ ਉਹ ਫਰਮ ਜਿਹੜੀ ਕਿ ਲੱਖਾਂ ਰੁਪਈਆ ਲੈਂਦੀ ਸੀਗੀ ਮਹੀਨੇ ਦਾ, ਤਾਂ ਉਹਨਾਂ ਨੇ ਸਹੀ ਤਰੀਕੇ ਨਾਲ ਆਡਿਟ ਨਹੀਂ ਕੀਤਾ ਤੇ ਇਸ ਰਿਪੋਰਟ ਦੇ ਜਿਹੜੇ ਕੁਝ ਅੰਸ਼ ਸੀਗੇ ਜੋ ਮੀਡੀਆ 'ਚ ਆਏ ਤਾਂ ਉਹਦੇ ਆਧਾਰ ਤੇ ਤਾਂ ਇਹ ਬਣਦਾ ਸੀਗਾ ਕਿ ਉਸ ਫਰਮ ਤੋਂ ਵਸੂਲੀ ਕੀਤੀ ਜਾਣੀ ਸੀ। ਕੀ ਤੁਸੀਂ ਅੱਜ ਤੱਕ ਉਹ ਕਰੋੜਾਂ ਦੀ ਵਸੂਲੀ ਕਰ ਲਈ ਆ? ਇਸ ਗੱਲ ਦਾ ਵੀ ਜਵਾਬ ਧਾਮੀ ਸਾਹਿਬ ਨੂੰ ਦੇਣਾ ਚਾਹੀਦਾ ਹੈ ਜੀ। ਮਿੰਟੂ ਜੀ, ਅੱਛਾ ਇਹ ਦੱਸਿਓ, ਅੰਮ੍ਰਿਤਸਰ ਦੇ ਵਿੱਚ ਕੁਝ ਰੁੱਖ ਲਗਾਏ ਗਏ ਸੀ ਕੁਝ ਸਾਲ ਪਹਿਲਾਂ, ਤੇ ਉਹ ਰੁੱਖਾਂ ਨੂੰ ਲੈ ਕੇ ਵਿਵਾਦ ਬਣ ਗਿਆ। ਕੁੰਵਰ ਵਿਜੇ ਪ੍ਰਤਾਪ ਉਹਨਾਂ ਉਸ ਸਾਰੇ ਮਾਮਲੇ ਦੀ ਜਾਂਚ ਦੀ ਮੰਗ ਕਰ ਰਹੇ ਨੇ। ਕੀ ਮਾਜਰਾ ਜੀ ਇਹ? ਬਿਲਕੁਲ, ਸਰਦੂਲ ਸਿਕੰਦਰ ਨੇ ਕਿਹਾ ਸੀਗਾ ਨਾ, ਤੀਲੀ ਤੋਂ ਬਣ ਗਿਆ ਲੌਂਗ, ਲੌਂਗ ਤੋਂ ਕੋਕਾ ਬਣ ਗਿਆ। ਤਾਂ ਇਹ ਆ ਕਿ ਰੁੱਖ ਸੀਗੇ, ਰੁੱਖ ਛੋਟੇ ਸੀ, ਰੁੱਖ ਥੋੜੇ ਵੱਡੇ ਹੋਏ, ਉਸ ਤੋਂ ਬਾਅਦ ਰੁੱਖ ਸੁੱਕ ਗਏ ਤੇ ਉਹ ਘਟਾਲਾ ਬਣ ਗਿਆ। ਤਾਂ ਇਹ ਘਟਾਲਾ ਕੱਢਿਆ ਵੀ ਹੈ ਜਿਹੜਾ ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਨੇ ਆ। ਉਹ ਕਹਿੰਦੇ ਆ ਕਿ 2022 ਦੇ ਵਿੱਚ ਦੇਖੋ ਇੱਥੇ 178 ਪਾਮ ਟਰੀ ਜਿਹੜੇ ਸੀਗੇ ਉਹ ਬਿਊਟੀਫਿਕੇਸ਼ਨ ਪ੍ਰੋਜੈਕਟ ਦੇ ਤਹਿਤ ਲਾਏ ਗਏ ਸੀਗੇ, ਤੇ ਉਹ ਕਹਿੰਦੇ ਕੁਛ ਨਹੀਂ ਹੋਇਆ ਕੀਤਾ ਤੇ ਉਹ ਸਾਰੇ ਜਿਹੜੇ ਮਰ ਗਏ ਨੇ ਤੇ ਇਹਦੇ ਵਿੱਚ ਘਪਲਾ ਹੋਇਆ ਹੋ ਸਕਦਾ ਹੈ। ਤਾਂ ਉਹਨਾਂ ਨੇ ਇਹ ਸਾਰਾ ਕੁਝ ਜਿਹੜਾ ਹੈ ਉਹ ਹੁਣ ਲਿਖਤ ਦੇ ਰੂਪ ਦੇ ਵਿੱਚ ਸਰਕਾਰ ਨੂੰ ਦਿੱਤਾ ਹੈ ਕਿ ਭਾਈ ਇਸ ਮਸਲੇ ਦਾ ਕੋਈ ਨਾ ਕੋਈ ਹੱਲ ਕਰੋ। ਦੇਖੋ ਗੱਲ ਕੀ ਹੈ ਕਿ ਚੋਰੀ ਕੱਖ ਦੀ ਵੀ ਲੱਖ ਦੀ ਵੀ ਜੇ ਘਪਲਾ ਹੋਇਆ ਤੇ ਜਿਹੜੇ ਘਪਲੇਬਾਜ਼ ਆ ਉਹ ਐਕਸਪੋਜ਼ ਹੋਣੇ ਚਾਹੀਦੇ ਆ, ਨੰਗੇ ਹੋਣੇ ਚਾਹੀਦੇ ਆ। ਪਰ ਸਭ ਤੋਂ ਵੱਡੀ ਗੱਲ ਹੈ ਕਿ ਇਹ ਜਿਹੜੇ ਇਸ ਤਰ੍ਹਾਂ ਦੇ ਮਾਮਲੇ ਆ ਉਹ ਵੈਸੇ ਇਹ ਬੜੇ ਮਜ਼ਾਹੀਆ ਢੰਗ ਨਾਲ ਚੁੱਕਦੇ ਹੁੰਦੇ ਆ। ਪਿਛਲੇ ਦਿਨੀ ਮਾਨ ਸਾਹਿਬ ਦੀ ਜਿਹੜੀ ਸਪੀਚ ਆ ਉਹ ਜੇ ਤੁਸੀਂ ਦੇਖੋਗੇ ਕੱਢ ਕੇ, ਉਹ ਕਹਿੰਦੇ ਜੀ ਇੱਥੇ ਨਾ ਇਹਨਾਂ ਨੇ ਖਜੂਰਾਂ ਲਾਈਆਂ ਸੀ, ਮੁਹਾਲੀ ਦੇ ਵਿੱਚ ਇੱਕ ਸਮਾਗਮ ਕਰਾਉਣਾ ਸੀ, ਸਮਿਟ ਕਰਾਉਣਾ ਸੀਗਾ। ਉਸ ਤੋਂ ਬਾਅਦ ਬਾਦਲ ਕੇ ਖਜੂਰਾਂ ਹੀ ਪੁੱਟ ਕੇ ਤੇ ਆਪਣੇ ਪਿੰਡ ਲੈ ਕੇ ਜਾ ਕੇ ਦੇਖੋ ਤੇ ਖਜੂਰਾਂ ਹਾਲੇ ਵੀ ਲੱਗਦੀਆਂ ਨੇ ਉਹਨਾਂ ਨੂੰ। ਖਜੂਰਾਂ ਜਿਹੜੀਆਂ ਬਾਦਲ ਪਿੰਡ ਦੇ ਵਿੱਚ ਲੱਗੀਆਂ, ਹੁਣ ਇੰਨੀਆਂ ਖਜੂਰਾਂ ਤੋਂ ਖੱਗ ਕੇ ਮੁਹਾਲੀ ਚੋਂ ਕਦੋਂ ਲਿਆਏ ਸਾਨੂੰ ਤਾਂ ਪਤਾ ਨਹੀਂ ਹੈਗਾ। ਪਰ ਉਹ ਰੁੱਖਾਂ ਦਾ ਉਦੋਂ ਵੀ ਕਹਿੰਦੇ ਕਿ ਇੱਥੋਂ ਸਮਿਟ 'ਚ ਉਹ ਪਹਿਲਾਂ ਲੈ ਤੇ ਫਿਰ ਲਿਆਇਆ ਤੇ ਉਹਨਾਂ ਨੇ ਲਾ ਕੇ ਬਾਅਦ ਦੇ ਵਿੱਚ ਪੁੱਟ ਕੇ ਤੇ ਬਾਦਲ ਖੜੀਆਂ ਨੇ। ਹੁਣ ਜਦੋਂ ਤੁਸੀਂ ਉਹਨਾਂ ਦਾ ਜੋੜ ਰਹੇ ਹੋ, ਗੱਲ ਤੇ ਇਹ ਵੈਸੇ ਉਹ ਨਾ ਥੰਬਨੇਲ ਬਣਾਉਣ ਵਾਲੇ ਵੀ ਉਹ ਨਿਊਜ਼ ਦੇ ਉਹ ਦੂਜੀਆਂ ਖਜੂਰਾਂ ਖਾਣ ਵਾਲੀਆਂ ਹੀ ਲਾਈ ਬੈਠੇ ਨੇ। ਉਹ ਰੁੱਖਾਂ ਦੀ ਗੱਲ ਕਰਦੇ ਸੀ ਕਿ ਰੁੱਖ ਪੁੱਟ ਕੇ ਲੈ ਗਏ। ਤਾਂ ਦੂਸਰੇ ਪਾਸੇ ਗੱਲ ਇਹ ਹੈ ਕਿ ਬਈ ਹੁਣ ਆ ਤੁਹਾਡੇ ਰਾਜ ਦੇ ਵਿੱਚ ਵੀ ਆ ਕੁਝ ਹੋਈ ਜਾਂਦਾ ਹੈ, ਫਿਰ ਇੱਧਰ ਵੀ ਤੁਸੀਂ ਵੇਖੋ ਨਾ ਕਿ ਉਧਰ ਤੱਕ ਪੁੱਟ ਕੇ ਲੈ ਕੇ ਗਿਆ, ਇੱਥੇ ਤੇ ਲੱਗੇ ਹੀ ਕੋਈ ਪੁੱਟ ਗਿਆ। ਸਾਰਾ ਹਿਸਾਬ ਕਿਤਾਬ ਵੀ ਸਾਫ਼ ਹੋ ਗਿਆ। ਤਾਂ ਦੇਖਣਾ ਚਾਹੀਦਾ। ਬਾਕੀ ਜਿਹੜੀ ਗੱਲ ਆ ਛੋਟੇ ਮੋਟੇ ਘੁਟਾਲੇ ਕੱਢਦੇ ਪਏ, ਕੁੰਵਰ ਵਿਜੇ ਪ੍ਰਤਾਪ ਸਿੰਘ ਖਿੱਚ ਕੱਢਦੇ ਪਏ, ਕਦੀ ਉੱਥੇ ਬਹਿ ਗਏ ਕਦੀ ਉੱਥੇ ਬਹਿ ਗਏ। ਇਹਨਾਂ ਨੂੰ ਇਹ ਦੱਸਣਾ ਚਾਹੀਦਾ ਕਿ ਆ ਜਿਹੜੇ ਬਰਤਰਫ ਹੈਗੇ ਨੇ DSP ਸੇਖੋ ਸਾਹਿਬ, ਉਹਨਾਂ ਨੇ ਕੱਲ ਇਹਨਾਂ ਤੇ ਸਵਾਲ ਚੁੱਕੇ ਆ ਕਿ ਸੁਰੇਸ਼ ਅਰੋੜਾ, ਦਿਨਕਰ ਗੁਪਤਾ ਜੀ, ਉਹ ਸਾਰਿਆਂ ਦੇ ਨਾਮ ਲਏ ਗਏ ਨੇ ਬਕਾਇਦਾ ਤੇ ਆ ਸਾਰਾ ਕੁਝ ਸੀਗਾ। ਤਾਂ ਜਿਹੜੀ ਉਹ ਇੱਕ ਰਿਪੋਰਟ ਗਈ ਹੈ ਡਰੱਗ ਵਾਲੀ, 4 ਰਿਪੋਰਟਾਂ ਗਈਆਂ ਨੇ ਜਿਹੜੀਆਂ ਹਾਈ ਕੋਰਟ ਚੋਂ, ਕਹਿੰਦੇ ਆ ਕਿ ਚੌਥੀ ਰਿਪੋਰਟ ਦੇ ਵਿੱਚ ਯਾਨੀ ਸਿਰਫ ਤੇ ਸਿਰਫ ਸਿਧਾਰਥ ਚੱਟੋਪਾਧਿਆਏ ਦਾ ਹੀ ਨਾਮ ਸੀਗਾ, ਉਹਨਾਂ ਦਾ ਹੀ ਜ਼ਿਕਰ ਸੀਗਾ। ਤੇ ਜਿਹੜਾ ਮਤਲਬ ਕਿ ਇਹ 2 ਬੰਦਿਆਂ ਦਾ ਮਤਲਬ ਉੱਥੇ ਸੀਗਾ ਨਾਲ ਸਾਰਾ ਕੰਮ ਬਣਦਾ ਸੀ। ਇਹਨਾਂ ਨੇ ਦਸਤਖਤ ਨਹੀਂ ਕੀਤੇ ਕੁੰਵਰ ਵਿਜੇ ਪ੍ਰਤਾਪ ਹੋਰਾਂ ਨੇ, ਕਿਉਂਕਿ ਅਫਸਰਾਂ ਦੇ ਨਾਮ ਸੀਗੇ ਉਹਦੇ ਵਿੱਚ, ਪੰਜਾਬ ਪੁਲਿਸ ਦੇ ਅਫਸਰਾਂ ਦੇ ਨਾਮ ਸੀਗੇ। ਤਾਂ ਕਹਿਣ ਦਾ ਮਤਲਬ ਹੈ ਕਿ ਤੁਸੀਂ ਇਹਦੇ ਤੇ ਆਵਾਜ਼ ਚੁੱਕੋ ਕਿ ਕੀ ਉਸ ਟਾਈਮ ਇਹ ਸਾਰਾ ਕੁਝ ਹੋਇਆ ਸੀਗਾ। ਜੇ ਨਹੀਂ ਤਾਂ ਤੁਸੀਂ ਆਪਣੀ ਸਰਕਾਰ ਨੂੰ ਕਹੋ ਕਿ ਖੋਲੋ ਬਈ, ਕਿਉਂ ਨਹੀਂ ਖੋਲ ਰਹੇ, ਇੰਨੇ ਸਾਲ ਹੋ ਗਿਆ। ਦੂਜੀ ਗੱਲ ਜਿਹੜੀ ਹੈ ਕਿ ਦੇਖੋ ਵੱਡੇ ਵੱਡੇ ਹੋਰ ਡਰੱਗ ਦੇ ਮਾਮਲੇ ਨੇ, ਸਾਰਾ ਕੁਝ ਤੁਹਾਨੂੰ ਪਤਾ ਹੈ, ਉਹਦੇ ਉੱਤੇ ਬੋਲੋ। ਐਵੇਂ ਕਦੇ ਪਾਮ ਤੇ ਚੜ ਗਏ, ਕਦੀ ਇੱਧਰ ਬਹਿ ਗਏ, ਕਦੀ ਉੱਧਰ ਬਹਿ ਗਏ। ਗੱਲ ਕਰਨੀ ਉਹ ਜਿਵੇਂ ਆਂਦੇ ਹੁੰਦੇ ਨਾ ਪੰਜਾਬੀ 'ਚ ਕਿ ਕਲਿੱਪ ਵੀ ਵਿਖਾਉਣਾ ਤੇ ਘੁੰਡ ਵੀ ਕੱਢਣਾ ਜੀ। ਜਾਂ ਤਾਂ ਇੱਧਰ ਖੜ ਜਾਓ ਜਾਂ ਉੱਧਰ ਖੜ ਜਾਓ, ਚੰਗੀ ਠੋਕਵੇਂ ਢੰਗ ਨਾਲ ਗੱਲ ਕਰੋ। ਘਪਲੇ ਘੁਟਾਲੇ ਬਥੇਰੇ ਨੇ। ਮਿੰਟੂ ਜੀ, ਅੱਜ ਏਅਰ ਇੰਡੀਆ ਨੇ ਬਹੁਤ ਵੱਡਾ ਆਰਡਰ ਪਲੇਸ ਕੀਤਾ ਏਅਰਬਸ ਤੋਂ ਅਤੇ ਬੋਇੰਗ ਤੋਂ। ਬਹੁਤ ਵੱਡੀ ਗਿਣਤੀ ਦੇ ਵਿੱਚ ਨਵੇਂ ਜਹਾਜ਼ ਖਰੀਦਣੇ ਨੇ ਏਅਰ ਇੰਡੀਆ ਨੇ, ਤੇ ਇਹ ਚੰਗੀ ਖਬਰ ਹੈ ਉਹਨਾਂ ਯਾਤਰੀਆਂ ਵਾਸਤੇ ਜਿਹੜੇ ਏਅਰ ਇੰਡੀਆ ਤੇ ਟਰੈਵਲ ਤੇ ਕਰਦੇ ਨੇ ਪਰ ਕਈ ਵਾਰੀ ਖਸਤਾ ਹਾਲਤ ਜਹਾਜ਼ਾਂ ਕਰਕੇ ਡਾਢੇ ਪਰੇਸ਼ਾਨ ਹੁੰਦੇ ਨੇ। ਬਿਲਕੁਲ ਬਿਲਕੁਲ ਜੀ। ਪਿਛਲੇ ਦਿਨਾਂ ਦੇ ਵਿੱਚ ਖਬਰਾਂ ਵੀ ਬੜੀਆਂ ਇਸ ਤਰ੍ਹਾਂ ਦੀਆਂ ਆਈਆਂ ਸੀ ਨਾ, ਤਿੱਪ ਤਿੱਪ ਬਰਸਾ ਪਾਣੀ। ਉਹ ਇੱਕ ਤੇ ਵੀਰ ਵਿਚਾਰਾ ਨਾ ਜਿਹੜਾ ਡੋਮੈਸਟਿਕ ਫਲਾਈਟ ਤੇ ਸੀਗਾ ਉਹ ਭੇਜਦਾ ਹੀ ਆਇਆ ਜੀ, ਤਾਂ ਫਿਰ ਰੀਲ ਹੀ ਚੱਲ ਪਈ ਕਿ ਤਿੱਪ ਤਿੱਪ ਬਰਸਾ ਪਾਣੀ। ਖੈਰ ਏਅਰਬਸ ਤੋਂ 250, ਬੋਇੰਗ ਤੋਂ 220 ਏਅਰਕ੍ਰਾਫਟ ਜਿਹੜੇ ਆ ਖਰੀਦਣਗੇ ਇਹ। ਤੇ ਜਿਹੜੀ ਡੀਲ ਆ, ਡੀਲ ਬਹੁਤ ਵੱਡੀ ਹੈ ਵਿਜੇ ਜੀ 11.11 ਲੱਖ ਕਰੋੜ ਦੀ। ਮਤਲਬ ਆਲਮੋਸਟ ਕਹਿ ਲਓ ਕਿ 11.25 ਲੱਖ ਕਰੋੜ ਦੀ ਬੱਲੇ ਬੱਲੇ ਕਰ ਦਿੱਤੀ ਹੈ। ਕਿ ਜੀ ਅਸਲ ਦੇ ਵਿੱਚ ਕੀ ਹੈ ਕਿ ਨਾ ਇਹ ਜਿਹੜੀ ਏਅਰ ਇੰਡੀਆ ਮੈਨੂੰ ਲੱਗਦਾ ਸੂਤ ਹੀ ਟਾਟਿਆਂ ਕੋਲ ਆ ਕੇ ਹੋਣੀ ਸੀਗੀ। ਇਹਨਾਂ ਜਲੂਸ ਨਿਕਲਿਆ ਸੀ
ਜਿਵੇਂ ਹੀ ਭੌਂਕ ਇਹਨਾਂ ਦੇ ਕੋਲ ਆਈ ਸ਼ੁਰੂ ਵੀ ਇਹਨਾਂ ਨੇ ਕੀਤੀ ਸੀਗੀ, ਫਿਰ ਚਲੋ ਸਰਕਾਰੀ ਹੋ ਗਈ, ਫਿਰ ਸਰਕਾਰੀ ਹੋਣ ਤੋਂ ਬਾਅਦ ਤੇ ਫਿਰ ਤੁਹਾਨੂੰ ਪਤਾ ਨਾ ਇਹਦੀ ਹਾਲਤ ਹੀ ਮਾੜੀ ਹੋ ਗਈ ਜੀ, ਕਰਜ਼ਾ ਫਲਾਂ ਢਮਕਾ। ਤਾਂ ਉਸ ਤੋਂ ਬਾਅਦ ਫਿਰ ਜਦੋਂ ਪਿਛਲੇ ਸਾਲ ਇਹ ਦੁਬਾਰਾ ਇਹਨਾਂ ਦੇ ਹੱਥਾਂ 'ਚ ਗਈ 2022 ਦੇ ਜਨਵਰੀ ਦੀ ਗੱਲ ਹੈ ਸ਼ਾਇਦ, ਤਾਂ ਉਸ ਤੋਂ ਬਾਅਦ ਇਹਨਾਂ ਦੀ ਕਿਸਮਤ ਪਲਟਦੀ ਗਈ ਹੈ, ਜਹਾਜ਼ਾਂ ਦੀ ਕਿਸਮਤ ਪਲਟਦੀ ਗਈ ਹੈ। ਹੁਣ ਦੇਖੋ ਇਹਨਾਂ ਦਾ ਜਿਹੜਾ ਨਿਸ਼ਾਨਾ ਹੋਏਗਾ, ਬਿਲਕੁਲ ਜਿਵੇਂ ਤੁਸੀਂ ਕਿਹਾ, ਉੱਤਰੀ ਅਮਰੀਕਾ, ਯੂਰਪ, ਆਸਟ੍ਰੇਲੀਆ, ਇਹ ਉਧਰਲੇ ਹਿਸਾਬ ਕਿਤਾਬ ਦੇ ਨਾਲ ਹੁਣ ਦੇਖ ਰਹੇ ਨੇ ਕਿ ਕਿਵੇਂ ਉਧਰਲੀ ਮਾਰਕੀਟ ਨੂੰ ਟਾਰਗੇਟ ਕੀਤਾ ਜਾ ਸਕਦਾ। ਤੇ ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤਾਂ ਇਹ ਨਹੀਂ ਹੈ ਕਿ ਬਾਹਰਲਾ, ਇੱਥੋਂ ਦੀ ਜਿਹੜੀ ਡੋਮੈਸਟਿਕ ਮਾਰਕੀਟ ਹੈ ਜਹਾਜ਼ਾਂ ਦੀ, ਜਿਵੇਂ ਇੰਡੀਗੋ, ਇਹ ਉਹਦੇ ਤੇ ਵੀ ਅੱਖ ਰੱਖੀ ਬੈਠੇ ਆ। ਟਾਟੇ ਤੁਹਾਨੂੰ ਪਤਾ ਹੀ ਹੈ, ਫਲਾਣਿਆ ਤੂੰ ਕੌਣ ਹੈ, ਤੂੰ ਕਿਤੇ ਟਾਟਾ ਬਿਰਲਾ। ਤਾਂ ਗੱਲ ਇਹ ਆ ਕਿ ਟਾਟੇ ਜਿਹੜੇ ਆ ਉਹ ਵਾਕਿਆ ਫਿਰ ਤੁਹਾਨੂੰ ਪਤਾ ਹੀ ਹੈ ਬਿਜ਼ਨਸ ਦੇ ਵਿੱਚ ਦੂਜਿਆਂ ਨੂੰ ਟਾਟਾ ਕਰਾ ਦਿੰਦੇ ਨੇ। ਖੈਰ ਹੁਣ ਦੇਖਣਾ ਹੋਏਗਾ ਕਿ ਕਿਹਨੂੰ ਕੀ ਸੇਕ ਚੱਲਣੇ ਪੈਂਦੇ ਆ, ਪਰ ਇਹਨਾਂ ਨੇ ਦਿਖਾ ਦਿੱਤਾ ਡੀਲ ਡਨ ਹੋ ਗਈ। ਡੀਲ ਏਡੀ ਵੱਡੀ ਹੈ ਕਿ ਖੁਦ ਨਰਿੰਦਰ ਮੋਦੀ ਜੀ ਸਾਹਮਣੇ ਆਏ ਨੇ, ਖੁਦ ਬਾਈਡਨ ਸਾਹਮਣੇ ਆਏ ਨੇ, ਤਾਂ ਤੁਸੀਂ ਸੋਚ ਸਕਦੇ ਹੋ ਕਿ ਕਿੱਡੀ ਵੱਡੀ ਡੀਲ ਆ। ਵੈਸੇ ਇੰਡੀਆ ਲਈ ਬਈ ਟਾਈਮ ਹੋਣਾ ਨਾ ਜਿਹੜਾ, ਮੈਨੂੰ ਲੱਗਦਾ ਕਿ ਕਿਸਮਤ ਵਾਲਾ ਹੀ ਆ। ਲੋਕੀ ਕਹਿੰਦੇ ਸਨ 2023 ਨਾ ਜਿਹੜਾ ਉਹ ਦੁਨੀਆ ਵਾਸਤੇ ਬਹੁਤ ਭਾਰੀ ਹੈ। ਇੰਡੀਆ ਨੂੰ ਦੇਖ ਲਓ, ਲਿਥੀਅਮ ਦਾ ਭੰਡਾਰ ਮਿਲ ਗਿਆ। ਯੈਸ, ਹਾਂਜੀ ਚੜਦੇ ਉਹ ਦੇਖੋ ਗੇਮ ਚੇਂਜਰ ਆ ਉਹ ਆਉਣ ਵਾਲੇ ਸਮੇਂ ਲਈ, ਉਹਦੇ ਤੇ ਕਦੇ ਗੱਲ ਕਰਾਂਗੇ। ਸੋ ਗੇਮ ਚੇਂਜਰ ਉਹ ਸਾਬਤ ਹੋ ਰਿਹਾ ਇੱਧਰ ਇਸ ਤਰ੍ਹਾਂ ਦੀਆਂ ਡੀਲਾਂ, ਤੇ ਫਿਰ ਮਹੱਤਤਾ ਵੀ ਵੱਧ ਰਹੀ ਹੈ ਕੌਮਾਂਤਰੀ ਕੂਟਨੀਤੀ ਦੇ ਵਿੱਚ। ਖੈਰ ਦੇਖੋ ਅੱਗੇ ਕਿੰਨਾ ਕੁ ਇਹ ਵਿਸਤਾਰ ਕਰਦੇ ਆ, ਪਰ ਟਾਟਾ ਲੱਗੇ ਹੋਏ ਆ ਪੂਰੇ ਜੰਮ ਕੇ ਜੀ। ਤੇ ਮਿੰਟੂ ਜੀ ਇੱਕ ਬਰੀਫਲੀ ਇਹ ਵੀ ਦੱਸਿਓ ਵੀ ਅਯੋਧਿਆ ਦੇ ਵਿੱਚ ਨਾਗਪੁਰ ਨਾਲੋਂ ਵੀ 100 ਗੁਣਾ ਵੱਡਾ RSS ਦਾ ਹੈੱਡਕੁਆਟਰ ਬਣਨ ਜਾ ਰਿਹਾ ਜੀ। ਇਹ ਵੀ ਵੱਡੀ ਖਬਰ ਹੈ ਜੀ, ਅੱਜ ਦੀ ਇਹ ਵੱਡੀ ਖਬਰ ਹੈ। ਅੱਜ ਇੱਕ ਅਖਬਾਰ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਦੇ ਕੋਲ ਪੂਰੀ ਪੁਖਤਾ ਜਾਣਕਾਰੀ ਹੈ ਕਿ RSS ਦਾ ਜਿਹੜਾ ਹੈੱਡਕੁਆਟਰ ਆ, ਦੇਖੋ ਨਾਗਪੁਰ ਦੇ ਵਿੱਚ ਸਿਰਫ ਇੱਕ ਕਿੱਲੇ 'ਚ ਆ ਉਹ, ਤਾਂ ਜਿਹੜਾ ਇਹ ਬਣਾ ਰਹੇ ਨੇ ਇਹ ਤਜਵੀਜ਼ਤ ਹੈ ਜਿਹੜਾ ਉਹ 100 ਏਕੜ ਦੇ ਵਿੱਚ ਆ ਅਯੋਧਿਆ 'ਚ। ਵਿਜੇ ਜੀ ਇੱਕ ਗੱਲ ਕਹਿਣੀ ਪਏਗੀ, ਇੱਕ ਗੱਲ ਜਿਹੜੀ ਆ ਉਹ ਸਾਨੂੰ ਸਮਝਣੀ ਵੀ ਪਏਗੀ ਕਿ ਦੇਖੋ ਜੋ ਮਰਜ਼ੀ ਨੇ ਇਹ ਕੱਟੜ ਨੇ, ਚਾਹੇ ਜੋ ਮਰਜ਼ੀ ਤੁਰ ਇਹ ਦੱਖਣਪੰਥੀ ਲੋਕ ਜਿਹੜੇ ਆ, ਠੀਕ ਆ, ਪਰੰਤੂ ਯੂਪੀ ਦੇ ਵਿੱਚ ਜੋ ਇਹ ਕਰ ਰਹੇ ਆ ਨਾ, ਤੁਸੀਂ ਦੇਖੋ ਨਾ ਕਿ ਹਾਲ ਦੇ ਵਿੱਚ 18,000 MOU ਸਾਈਨ ਕੀਤੇ ਆ ਯੋਗੀ ਨੇ ਜੀ। ਉਹ ਕਹਿੰਦਾ ਇੰਨਾ ਇਨਵੈਸਟਮੈਂਟ ਲੈ ਕੇ ਆਉਂਗੇ, ਸ਼ਾਇਦ ਮੇਰੇ ਖਿਆਲ ਦੇ ਨਾਲ 18-19 ਲੱਖ ਕਰੋੜ ਦੀ ਗੱਲ ਹੋ ਰਹੀ ਹੈ ਕਿ ਬੱਲੇ ਬੱਲੇ ਹੋ ਜਾਏਗੀ। ਪਰ ਇੱਕ ਚੀਜ਼ ਹੋਰ ਦੇਖੋ ਤੁਸੀਂ, ਇਹਨੂੰ ਥੋੜਾ ਜਿਹਾ ਹੁਣ ਦੇਖਣ ਦੀ ਜ਼ਰੂਰਤ ਆ ਕਿ ਜੋ RSS ਉੱਥੇ ਹੈੱਡਕੁਆਟਰ ਲਿਜਾ ਰਹੀ ਹੈ, ਇਹਨਾਂ ਦਾ ਇੱਕ ਵੈਸੇ ਪਹਿਲਾਂ ਹੀ ਬਣ ਰਿਹਾ ਸੀਗਾ ਉੱਥੇ, ਕਿਉਂਕਿ ਉੱਥੇ ਇੱਕ ਵੈਦਿਕ ਸਿਟੀ ਬਣ ਰਹੀ ਹੈ ਜਿਹਨੂੰ ਨਵ ਅਯੁੱਧਿਆ ਕਿਹਾ ਜਾ ਰਿਹਾ। ਅਸਲ 'ਚ ਕੀ ਹੈ ਕਿ ਇਹਨੂੰ ਬਹੁਤ ਵੱਡਾ ਇੱਕ ਧਾਰਮਿਕ ਸੈਰ ਸਪਾਟਾ ਕੇਂਦਰ ਵਿਕਸਿਤ ਕਰਨ ਨੂੰ ਇਹ ਕਾਲੇ ਨੇ ਅਯੁੱਧਿਆ ਨੂੰ, ਕਿਉਂਕਿ ਰਾਮ ਮੰਦਿਰ ਬਣ ਜਾਏਗਾ। ਇਸ ਕਰਕੇ ਉੱਥੇ ਹੈੱਡਕੁਆਟਰ ਹੋ ਜਾਏਗਾ RSS ਦਾ। ਤਾਂ ਤੁਸੀਂ ਸੋਚੋ ਕਿ ਯੂਪੀ ਜਿਹੜਾ ਹੈ ਨਾ ਉਹ ਇਕੱਲਾ ਇੰਡਸਟਰੀ ਦੇ ਲਿਹਾਜ਼ ਨਹੀਂ, ਤੁਸੀਂ ਇਧਰਲੇ ਪਾਸੇ ਵੇਖੋਗੇ ਕਿ ਧਾਰਮਿਕ ਸ਼ਰਧਾਲੂ ਕਿੰਨੇ ਆਉਣਗੇ। ਤਾਂ ਇਹ ਆ ਉਹਨਾਂ ਦਾ ਵੇਖ ਲਓ ਕਿ ਵਿਜ਼ਨ, ਆਪਾਂ ਕਹਿੰਦੇ ਨੇ ਕੱਟੜ ਲੋਕ ਇਹਨਾਂ ਕੀ ਕਰਨਾ। ਸੋ ਜਿਨ੍ਹਾਂ ਨੇ ਕਰਨਾ ਹੈ ਨਾ ਉਹ ਆਪਣੇ ਧਰਮ ਪ੍ਰਤੀ ਵੀ ਉਹ ਕੱਟੜ ਰਹਿ ਸਕਦੇ, ਪਰ ਆਪਣੇ ਲੋਕਾਂ ਪ੍ਰਤੀ ਵੀ ਉਹ ਆਪਣੇ ਫਰਜ਼ ਅਦਾ ਕਰੀ ਜਾਂਦੇ ਨੇ। ਤਾਂ RSS ਦਾ ਹੈੱਡਕੁਆਟਰ ਆਉਣ ਦਾ ਮਤਲਬ ਇਹੀ ਹੈ ਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਮੈਨੂੰ ਘੱਟੋ ਘੱਟ ਇਸ ਤਰ੍ਹਾਂ ਹੀ ਨਜ਼ਰ ਆ ਰਿਹਾ ਕਿ ਉੱਥੇ ਉਹ ਬਹੁਤ ਵੱਡਾ ਇੱਕ ਧਾਰਮਿਕ ਸੈਂਟਰ ਜਿਹੜਾ ਉਹ ਵਿਕਸਿਤ ਕਰਨਗੇ ਜੀ। ਤੇ ਮਿੰਟੂ ਜੀ ਅੱਜ ਦੀ ਖੁਸ਼ਨੁਮਾ ਖਬਰ ਕੀ ਆ? ਜੀ ਬਿਲਕੁਲ ਖੁਸ਼ਨੁਮਾ ਖਬਰ, ਵੈਸੇ ਤੇ ਖੁਸ਼ਨੁਮਾ ਖਬਰ ਅੱਜ ਟਾਟਾ ਵਾਲਿਆਂ ਨੇ ਕਰ ਦਿੱਤੀ ਤੁਹਾਡੀ ਤੇ, ਜਿਨ੍ਹਾਂ ਨੇ ਜਹਾਜ਼ਾਂ ਤੇ ਆਉਣਾ ਜਾਣਾ। ਦੇਖੋ ਪੰਜਾਬ ਦੀ ਕਰ ਲੈਂਦੇ ਆ, ਖਾਸ ਤੌਰ ਤੇ ਜੇ ਖੇਡਾਂ ਦੇ ਮੈਦਾਨ ਤੋਂ ਹੋਵੇ ਤਾਂ ਖਬਰ ਖੁਸ਼ਨੁਮਾ ਹੋਰ ਵੀ ਭਾਰੀ ਹੋ ਜਾਂਦੀ, ਵਜ਼ਨਦਾਰ ਹੋ ਜਾਂਦੀ, ਸੁਖਦ ਹੋ ਜਾਂਦੀ ਹੈ। ਤਾਂ ਸਾਡੇ ਪੰਜਾਬੀ ਮੁੰਡਾ ਬਰਨਾਲੇ ਦਾ, ਤੇ ਬਰਨਾਲੇ ਦਾ ਖੇਡ ਮੰਤਰੀ ਇਤਫਾਕਨ ਮੀਤ ਯਾਰ, ਇਸ ਮੁੰਡੇ ਨੇ 1 ਘੰਟਾ 20 ਮਿੰਟ 1 ਘੰਟਾ 20 ਮਿੰਟ ਦੇ ਵਿੱਚ 20 ਕਿਲੋਮੀਟਰ ਵਾਕਿੰਗ ਰੇਸ ਜਿਹੜੀ ਪੂਰੀ ਕਰਕੇ ਨੈਸ਼ਨਲ ਰਿਕਾਰਡ ਹੀ ਨਹੀਂ ਬਣਾਇਆ, ਨਾਲ ਹੀ ਓਲੰਪਿਕ, ਵਰਲਡ ਚੈਂਪੀਅਨਸ਼ਿਪ, ਏਸ਼ੀਆਈ ਖੇਡਾਂ ਵਾਸਤੇ ਇੱਕੋ ਝਟਕੇ 'ਚ ਕੁਆਲੀਫਾਈ ਕਰ ਲਿਆ। ਪਹਿਲਾ ਕੋਟਾ ਹਾਸਲ ਕੀਤਾ ਮੁੰਡੇ ਨੇ ਓਲੰਪਿਕ ਦਾ। ਕੀ ਬਾਤ ਹੈ, ਵੈਰੀ ਨਾਈਸ। ਕੀ ਨਾਂ ਕੀ ਦੱਸਿਆ ਜੀ? ਨਾਮ ਹੈ ਆਕਾਸ਼ਦੀਪ ਜੀ।